ਪਿੰਡਾਂ ਤੱਕ ਅਪਰੋਚ ਕਰ ਰਹੀ ਹੈ। ਦੱਸਣਾ ਜ਼ਰੂਰ ਸਮਝਾਂਗੇ ਜਿੱਥੇ ਟਰਾਂਸਪੋਰਟ ਦਾ ਅਜੇ ਤੱਕ ਕੋਈ ਸਾਧਨ ਨਹੀਂ ਪਹੁੰਚ ਸਕਿਆ। ਡਾਕਟਰਾਂ ਦੀ ਟੀਮ ਕਦੇ ਇਸ ਪਿੰਡ ਦੇ ਵਿੱਚ ਨਹੀਂ ਆਈ। ਇੱਥੇ ਅੱਜ ਮਹਿੰਦਰਾ ਐਂਡ ਮਹਿੰਦਰਾ ਦੀ ਸਪੋਰਟ ਦੇ ਨਾਲ ਗਲੋਬਲ ਕੈਂਸਰ ਕੰਸਰਨ ਸੰਸਥਾ ਦੁਆਰਾ ਇੱਕ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। खुशी हुई है जी। पूरा कोई डॉक्टर नहीं आता जी, ना कोई डिस्पेंसरी है जी, कोई साधन नहीं हैगा जी। सानू चंडीगढ़ 16 ਵਿੱਚ जाना पैंदा जी, जो कोई एमरजेंसी भी आ जाए जी। ਕੋਈ ਟਰਾਂਸਪੋਰਟ ਦਾ ਸਾਧਨ ਨਹੀਂ ना जी, कोई नहीं है जी। हाँ जी, ਤੇ ਫਿਰ ਤਾਂ ਅੱਜ ਰੱਬ ਦਾ ਰੂਪ ਹੀ ਘਰ ਪਹੁੰਚਿਆ। हाँ जी, रब का रूप घर पहुंचा जी। अज साडे बहुत खुशी है जी सानू। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਿੰਘ ਮੀਡੀਆ ਤੇ ਪੰਜਾਬ ਅਪ ਨਿਊਜ਼ ਚੈਨਲ ਤੇ ਮੈਂ ਹਾਂ ਜਗਦੀਸ਼ ਸਿੰਘ ਕੁਰਾਲੀ। ਕੈਂਸਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਗਲੋਬਲ ਕੰਸਰਨ ਕੈਂਸਰ ਸੰਸਥਾ ਜੋ ਲਗਾਤਾਰ ਉਪਰਾਲੇ ਆਪਣੇ ਕਰਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਕਰੀਨਿੰਗ ਜੋ ਕੈਂਸਰ ਦੀ ਹੈ ਉਹ ਕੀਤੀ ਜਾ ਰਹੀ ਹੈ ਤੇ ਹੋਰ ਜਿਹੜੇ ਟੈਸਟ ਨੇ ਉਹ ਬਿਲਕੁਲ ਫ੍ਰੀ ਤੌਰ ਦੇ ਉੱਤੇ ਜੋ ਮੁਹੱਈਆ ਕਰਵਾਏ ਜਾ ਰਹੇ ਨੇ। ਵੱਡਾ ਯੋਗਦਾਨ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੀ ਨਾਲ ਹੋ ਕੇ ਨਿਭਾ ਰਹੀ ਹੈ, ਕਿਉਂਕਿ ਉਹਨਾਂ ਦੀ ਹੀ ਫਾਈਨੈਂਸ਼ੀਅਲੀ ਸਪੋਰਟ ਦੇ ਨਾਲ ਜਿਹੜੀ ਇਹ ਸੰਸਥਾ ਹੈ ਉਹ ਪਿੰਡਾਂ ਤੱਕ ਅਜਿਹੇ ਪਿੰਡਾਂ ਤੱਕ ਅਪਰੋਚ ਕਰ ਰਹੀ ਹੈ। ਦੱਸਣਾ ਜ਼ਰੂਰ ਸਮਝਾਂਗੇ ਜਿੱਥੇ ਟਰਾਂਸਪੋਰਟ ਦਾ ਅਜੇ ਤੱਕ ਕੋਈ ਸਾਧਨ ਨਹੀਂ ਪਹੁੰਚ ਸਕਿਆ। ਡਾਕਟਰਾਂ ਦੀ ਟੀਮ ਕਦੇ ਇਸ ਪਿੰਡ ਦੇ ਵਿੱਚ ਨਹੀਂ ਆਈ। ਇੱਥੇ ਅੱਜ ਮਹਿੰਦਰਾ ਐਂਡ ਮਹਿੰਦਰਾ ਦੀ ਸਪੋਰਟ ਦੇ ਨਾਲ ਗਲੋਬਲ ਕੈਂਸਰ ਕੰਸਰਨ ਸੰਸਥਾ ਦੁਆਰਾ ਇੱਕ ਕੈਂਪ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ ਛੋਟੀ ਬੜੀ ਨਗਲ ਪਿੰਡ ਆ ਨਿਊ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਵਸਿਆ ਪਿੰਡ, ਜਿੱਥੇ ਮੈਂ ਫਿਰ ਤੋਂ ਕਹਿਣਾ ਚਾਹਾਂਗਾ ਕਿ ਟਰਾਂਸਪੋਰਟ ਬਿਲਕੁਲ ਨਾ ਹੋਣ ਕਰਕੇ ਪਿੰਡਾਂ ਦੇ ਲੋਕ ਆ ਜਿਹੜੇ ਇੱਕ ਦੂਸਰੇ ਤੇ ਨਿਰਭਰ ਹੋ ਜਾਂਦੇ ਨੇ ਜਦੋਂ ਕੋਈ ਬਿਮਾਰੀ ਲੱਗਦੀ ਹੈ। ਸੋ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਸੰਸਥਾ ਦੇ ਮੈਂਬਰ ਇੱਥੇ ਪਹੁੰਚੇ ਨੇ। ਡਾਕਟਰਾਂ ਦੀ ਟੀਮ ਇੱਥੇ ਪਹੁੰਚੀ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ-ਕਿਹੜੇ ਟੈਸਟ ਕੀਤੇ ਜਾ ਰਹੇ ਨੇ। ਜੇਕਰ ਕੋਈ ਪੋਜ਼ਿਟਿਵ ਆਉਂਦਾ ਹੈ ਤਾਂ ਉਹਨਾਂ ਦੇ ਲਈ ਅੱਗੇ ਦੀ ਵਿਉਂਤਬੰਦੀ ਕੀ ਰੱਖੀ ਗਈ ਹੈ। ਨਾਮ ਕੀ ਹੈ? संतवा ਛੋਟੀ ਬੜੀ ਨੰਗਲ ਦੇ ਜਾਣ ਵਾਲੇ ਹੋ? हाँ बड़ी छड़ी अमरनाथ करके। ਅੱਛਾ, ਅੱਜ ਟੈਸਟ ਕਰਾਏ ਇੱਥੇ? हाँ हाँ गया उरे जी। ਕਿੰਨੀ ਵਾਰ ਟੈਸਟ ਕਰਾਏ ਜੀ ਅੱਜ? उसका तो मैंने पता, मैं तो अजे कराए ना में सिरा। ਕਾਹਦਾ ਹੋਇਆ? ਖੂਨ ਦਾ ਹੋਇਆ? ਕਾਹਦਾ ਹੋਇਆ? पता नहीं क्या उसका कराएंगे। हाँ पेशाब का ਅੱਛਾ, ਤੇ ਡਾਕਟਰ ਆਏ ਆ ਕਿ ਪਹਿਲਾਂ ਵੀ ਕਦੇ ਕੈਂਪ ਲੱਗਿਆ ਇਸ ਤਰ੍ਹਾਂ ਦਾ ਇੱਥੇ? लगा तो है महीने आती वो तो। ਅੱਛਾ, ਕੀ ਗੱਲ ਆਉਂਦੇ ਕਿਉਂ ਨਹੀਂ? बस वही नहीं आती है। लिया वहाँ करके दवाई थारे वर्गे नहीं उरे दे गई। ਦਵਾਈ ਲੈਣ ਲਈ ਕਿੱਥੇ ਜਾਣਾ ਪੈਂਦਾ ਤੁਹਾਨੂੰ? मुला पर ਇੱਥੇ ਲੋਕਲ ਕੋਈ ਡਾਕਟਰ ਨਹੀਂ? ना मुला पर के लिया मुला ਪਿੰਡ ਦੇ ਰਹਿਣ ਵਾਲੇ ਹੋ ਜੀ? मेरा नाम भाग चंद है जी। छोटी बड़ी नग्गल साडा पिंड है जी। ये ਅੱਜ ਟੈਸਟ ਕਰਨ ਦੇ ਲਈ ਡਾਕਟਰਾਂ ਦੀ ਟੀਮ ਆਈ ਵੀ ਆ, ਕੀ ਕਹਿਣਾ ਚਾਹੋਗੇ ਜੀ? ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਡਾਕਟਰ ਸਾਹਿਬ ਸਾਡੇ ਪਿੰਡ ਵਿੱਚ ਪਹੁੰਚੇ ਜੀ, ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਪੂਰਾ ਕੋਈ ਡਾਕਟਰ ਨਹੀਂ ਆਉਂਦਾ ਜੀ, ਨਾ ਕੋਈ ਡਿਸਪੈਂਸਰੀ ਹੈ ਜੀ, ਕੋਈ ਸਾਧਨ ਨਹੀਂ ਹੈਗਾ ਜੀ। ਸਾਨੂੰ ਚੰਡੀਗੜ੍ਹ 16 ਵਿੱਚ ਜਾਣਾ ਪੈਂਦਾ ਜੀ, ਜੇ ਕੋਈ ਐਮਰਜੈਂਸੀ ਵੀ ਆ ਜਾਏ ਜੀ। ਕੋਈ ਟਰਾਂਸਪੋਰਟ ਦਾ ਸਾਧਨ ਨਹੀਂ? ਨਾ ਜੀ, ਕੋਈ ਨਹੀਂ ਹੈ ਜੀ। हाँ जी, ਤੇ ਫਿਰ ਤਾਂ ਅੱਜ ਰੱਬ ਦਾ ਰੂਪ ਹੀ ਘਰ ਪਹੁੰਚਿਆ। हाँ जी, रब का रूप घर पहुंचा जी। अज साडे बहुत खुशी है जी सानू। ਜੀ हाँ जी, ਕਿੰਨੇ ਕੁ ਲੋਕਾਂ ਦੇ ਅੱਜ ਟੈਸਟ ਇੱਥੇ ਹੋਇਆ ਪਤਾ ਕੁਝ ਨਹੀਂ? मेरे घर हो गए होने जी 30-35 ਤਾਂ ਹੋ ਗਏ ਹੋਣੇ ਜੀ ਅੱਜ। ਅੱਛਾ ਜੀ। हाँ जी, ਟੋਟਲ ਕਿੰਨੇ ਕੁ ਲੋਕੀ ਇੱਥੇ ਪਿੰਡ ਦੇ ਜੀ? टोटल ਤਾਂ ਜੀ 492 ਵੋਟ ਹੈ ਜੀ ਸਾਡੀ। ਤੇ ਸਾਰੇ ਆਉਣਗੇ ਕਰਾਉਣਗੇ ਟੈਸਟ? हाँ जी, सारे आउणगे जी। ਅਨਾਉਂਸਮੈਂਟ ਵਗੈਰਾ ਕੋਈ ਕਰੀ हाँ जी, करी है जी, 2 बारी करती जी। ਕੀਤੀ ਹੈ ਜੀ?
ਹਾਂਜੀ ਡਾਕਟਰਾਂ ਲਈ ਕੀ ਕਹਿਣਾ ਚਾਹੋਗੇ ਜਿਹੜੀ ਟੀਮ ਇੱਥੇ ਆਈ? ਡਾਕਟਰਾਂ ਵਾਲੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਜੀ, ਡਾਕਟਰਾਂ ਸਾਹਿਬ ਜਿਹੜੇ ਸਾਨੂੰ ਅੱਜ ਰੱਬ ਦਾ ਰੂਪ ਲੈ ਕੇ ਪਹੁੰਚੇ ਜੀ। ਹਾਂਜੀ ਕਿਹੜੇ ਪਿੰਡ 'ਚ ਰਹਿੰਦੇ ਹੋ? ਪਿੰਡ ਨੱਗਲ ਹੈ ਜੀ, ਨੱਗਲ ਛੋਟੀ ਵੱਡੀ। ਤੁਹਾਡਾ ਕੀ ਨਾਮ ਹੈ ਜੀ? ਨਾਮ ਜੀਆ ਰਾਮ। ਕੈਂਪ ਲੱਗਿਆ, ਕੀ ਕਹਿਣਾ ਚਾਹੋਗੇ? ਕੈਂਪ ਬਹੁਤ ਠੀਕ ਹੈ ਜੀ, ਲੱਗਿਆ ਵਾ, ਲੱਗਣੇ ਚਾਹੀਦਾ। ਸਾਡਾ ਬਹੁਤ ਔਖਾ ਜੀ, ਨਾ ਉਰੇ ਬੱਸ ਦਾ ਰਸਤਾ, ਨਾ ਕੁਛ ਹੈ ਸਾਧਨ ਹੈ ਬਈ, ਉਰੇ ਦਾ ਬਹੁਤ ਸਾਧਨ ਔਖਾ। ਜੀ ਕੋਈ ਡਾਕਟਰ ਉਰੇ ਰਹਿਣਾ ਚਾਹੀਦਾ, ਹਸਪਤਾਲ ਬਣਨਾ ਚਾਹੀਦਾ ਸਾਡਾ। ਪਿੰਡ 'ਚ ਕੋਈ ਡਿਸਪੈਂਸਰੀ ਹੈਗੀ ਹੈ? ਕੋਈ ਡਿਸਪੈਂਸਰੀ ਨਹੀਂ ਆ, ਸਾਡਾ ਕੁਛ ਨਹੀਂ ਹੈ ਜੀ। ਅੱਜ ਪਹਿਲੀ ਵਾਰ ਕੈਂਪ ਲੱਗਿਆ? ਪਹਿਲੀ ਵਾਰੀ ਕੈਂਪ ਲੱਗਿਆ ਜੀ, ਬਹੁਤ ਧੰਨਵਾਦ ਤੁਹਾਡਾ ਬਈ, ਲੱਗਣਾ ਚਾਹੀਦਾ ਕੈਂਪ ਵੀ। ਬਾਕੀ ਡਿਸਪੈਂਸਰੀ ਸਾਡਾ ਬਣਨੀ ਚਾਹੀਦੀ। ਕਿੰਨੀ ਕੁ ਆਬਾਦੀ ਹੈ ਪਿੰਡ ਦੀ ਜੀ? ਪਾਦੀ ਸਾਡਾ 2 ਪਿੰਡ ਹੈ ਜੀ। ਜੀ ਹਾਂ, ਦੋਨੇ ਪਿੰਡਾਂ 'ਚ ਕੋਈ ਲੈਬੋਰਟਰੀ ਨਹੀਂ? ਕੋਈ ਡਿਸਪੈਂਸਰੀ ਨਹੀਂ ਹੈ, ਕੋਈ ਡਾਕਟਰ ਨਹੀਂ, ਕੋਈ ਡਿਸਪੈਂਸਰੀ ਨਹੀਂ। ਅੱਜ ਫਿਰ ਡਾਕਟਰ ਸਾਹਿਬ ਆਏ ਸੀ, ਕੀ ਗੱਲਬਾਤ ਹੋਈ ਜੀ? ਅੱਜ ਜੀ ਆ ਬਹੁਤ ਟੈਸਟ ਕਰ ਰਹੇ हैं, सब कुछ देख रहे हैं। राइट फ्रॉम चंडीगढ़। तो वी हैव हमारे यहाँ कैंसर के पेशेंट्स की वो चेकअप के लिए, तो ज़्यादातर हम कैंसर सर्विक्स का और ब्रेस्ट कैंसर के चेक करते हैं। किसी को भी कोई लंप ब्रेस्ट है या पैप स्मेयर करते हैं कि अर्ली स्टेज में कैंसर का पता चल जाए, ताकि हम पेशेंट्स को रेफ़र कर सकते हैं अल्ट्रासाउंड और मैमोग्राफी ब्रेस्ट के लिए, और पैप स्मेयर करते हैं जिससे कि कैंसर सर्विस का अर्ली स्टेज में पता चल जाता है, और उससे जो है पेशेंट की ट्रीटमेंट अर्ली स्टार्ट हो जाती है और पेशेंट बिल्कुल ठीक हो जाता है। किसी की अगर फैमिली हिस्ट्री है, पेरेंट्स साइड या सिस्टर ब्रदर्स सिबलिंग्स किसी में भी कैंसर की हिस्ट्री है, तो उनका जो है 35-40 इयर्स के बाद जो है एवरी ईयर मेमोग्राफी करते हैं अगर ब्रेस्ट कैंसर की हिस्ट्री है, और अगर कैंसर ओवरी या यूट्रस सर्विस की हिस्ट्री है तो उनका पैप स्मेयर कैंसर ओवरी के लिए CA-125 एग्जामिन टेस्ट करते हैं, ब्लड सैंपल्स लेते हैं हम। ब्लड सैंपल से पता लग जाता है कैंसर की बीमारी का? ब्लड कैंसर इसका ओवरी कैंसर का पता चल जाता है, और एक पैंक्रियास और यूट्रस के लिए भी अभी आया है, पर वो इतना रिलायबल नहीं है। कैंसर ओवरी का है, और ब्रेस्ट कैंसर के लिए जो है अगर पेशेंट खुद भी एग्जामिन कर सकता है, जैसे नहाने गया तो बाथरूम में मिरर के आगे चेक कर सकता है। कोई अगर उसको फील होता है लंप, तो एकदम जाकर डॉक्टर को चेक कराने जाए, और उससे जो है उसका अल्ट्रासाउंड और मैमोग्राफी अगर लंप है बायोप्सी करते हैं, अकॉर्डिंगली ट्रीटमेंट होती है और पेशेंट बिल्कुल ठीक हो जाता है। फॉलो अप करते रहते हैं तो पेशेंट जो है 2-3 साल में रेगुलर चेक होता रहता है, एवरी 3 मंथ्स या 6 मंथ्स, तो पेशेंट बिल्कुल ठीक हो जाता है। मैम जैसे विलेज एरिया में आते हो तो जहाँ पर इनको समझाने में कोई दिक्कत परेशानी नहीं आती? नहीं, ऐसा नहीं है। कोई पेशेंट है जो विलिंग नहीं होता टेस्ट कराने के, पैप स्मेयर के, स्पेशली कैंसर सर्विस के लिए जो है, उसके लिए कई पेशेंट्स नहीं विलिंग होते हैं, पर मोस्टली पेशेंट्स जो है एग्री कर लेते हैं। कोई भी टेस्ट हम कहते हैं, ब्लड सैंपल जो भी आजकल क्या रीज़न क्या मानते हो कि ज़्यादा कैंसर के पेशेंट क्यों ज़्यादा आ रहे हैं? ज़्यादा तो लाइफस्टाइल है, ओवरवेट है मोस्टली जो है। अर्बन एरिया में तो ज़्यादा है क्योंकि लोग ज़्यादा फास्ट फूड ज़्यादा लेते हैं, ओबेसिटी ज़्यादा है, एक्सरसाइज कम है। आजकल के बच्चों का जो है ये लाइफस्टाइल से ज़्यादा डाइटरी हैबिट से इफ़ेक्ट होता है ज़्यादा। तो लोगों को मैम जहाँ गांव में जाके अब क्या लोगों को समझाते क्या हो, क्या अपील क्या करते हो उनको? ये हम इसी के लिए एक तो चेक करते हैं किसी को अगर है कोई प्रॉब्लम, जो भी हिस्ट्री है उसके अकॉर्डिंग, अनीमिक है ज़्यादा या फैमिली में कुछ है कैंसर वगैरह की हिस्ट्री, तो ब्लड सैंपल लेते हैं जिसमें ब्लड सेल्स वगैरह का पता चल जाता है। कैल्शियम का चेक करते हैं ताकि क्योंकि ओल्ड एज में ज़्यादा जो है कैल्शियम की कमी, विटामिन डी की कमी होती है, तो उनको समझाते हैं कि धूप में ज़्यादा बैठना है। मॉर्निंग जो टाइम है, जो जब सनराइज़ होता है 10 से 12 बजे का टाइम है, उस टाइम जो है धूप में थोड़ा बैठेंगे तो विटामिन डी उनको मिलेगा। विटामिन डी जो है कैल्शियम एब्जॉर्प्शन में हेल्प करता है। तो जैसे पेशेंट है 50+ है, उनको हम कैल्शियम और विटामिन डी एडवाइस करते हैं।
और जिससे कि बोन्स में स्ट्रेंथ मिलती है उनको। जिनका कुछ पॉजिटिव रिजल्ट आता है तो उनके लिए कुछ अलग से ट्रीटमेंट में भी कुछ हेल्प होती है या फिर उनको आगे करते हैं, ये कैंसर ऑर्गेनाइजेशन वाले हेल्प करते हैं, क्योंकि इनको पहले तो भेजते हैं, रेफ़र करते हैं हॉस्पिटल में, वहाँ टेस्ट होते हैं, तो वो सारे फिर ट्रीटमेंट जो भी सर्जरी, कीमोथेरेपी, रेडियोथेरेपी, कैंसर ऑर्गेनाइजेशन वाले हेल्प करते हैं उनको। क्या नाम है जी, आप टीम के साथ कैसे जुड़े हुए हो? मेरा नाम शिवपाल सिंह राणा है। मैं ग्लोबल कैंसर कंसर्न इंडिया के साथ 2001 से जुड़ा हुआ हूँ और मैं इस टाइम ਜਿਹੜਾ ਸਾਡਾ ਇਹ ਪ੍ਰੋਜੈਕਟ ਹੈਗਾ ਸਵਰਾਜ ਮਹਿੰਦਰਾ ਰਾਈਜ਼ ਵੱਲੋਂ ਸਪਾਂਸਰਡ ਹੈਗਾ ਤੇ ਸਾਡੇ ਦੋ ਪ੍ਰੋਜੈਕਟ ਹੈਗੇ, ਇੱਕ ਸਾਡਾ ਹੈਗਾ ਆਪਣਾ ਮਾਜਰੀ ਬਲਾਕ ਦੇ ਵਿੱਚ, ਦੂਸਰਾ ਸਾਡਾ ਰਾਜਪੁਰਾ ਬਲਾਕ ਦੇ ਵਿੱਚ ਚੱਲ ਰਿਹਾ। ਇੱਥੇ ਅਸੀਂ 80 ਵਿਲੇजेस ਅਡਾਪਟ ਕੀਤੇ ਹੋਏ ਆ ਦੋਨਾਂ ਲੋਕੇਸ਼ਨਸ ਤੇ, ਰਾਜਪੁਰਾ ਔਰ ਮਾਜਰੀ ਬਲਾਕ ਦੇ ਵਿੱਚ, ਤੇ ਅਸੀਂ 80 ਪਿੰਡਾਂ ਦੇ ਵਿੱਚ ਜਾ ਕੇ ਰੋਜ਼ OPD ਕਰਦੇ ਹਾਂ, ਅਵੇਅਰਨੈਸ ਕਰਦੇ ਹਾਂ। ਅਵੇਅਰਨੈਸ ਦੇ ਵਿੱਚ ਅਸੀਂ ਲੋਕਾਂ ਨੂੰ ਕੈਂਸਰ ਦੇ ਜਾਣਕਾਰੀ ਦਿੰਦੇ ਹਾਂ, ਇਹਦੇ ਕਾਜ਼ਸ ਸਿੰਪਟਮ ਦੱਸਦੇ ਹੈਗੇ ਆ ਤਾਂ ਕਿ ਲੋਕ ਇਸ ਬਿਮਾਰੀ ਤੋਂ ਡਰਨ ਨਾ। ਅਗਰ ਕਿਸੇ ਦੇ ਵਿੱਚ ਉਹ ਸਿੰਪਟਮ ਦੇਖੇ ਜਾਂਦੇ ਆ ਤਾਂ ਉਹ ਤੁਰੰਤ ਨੀਅਰੈਸਟ ਹਸਪੀਟਲ ਕੋਲ ਜਾ ਕੇ ਆਪਣਾ ਟ੍ਰੀਟਮੈਂਟ ਕਰਾ ਸਕਣ, ਉਹਦੇ ਬਾਰੇ ਆਪਾਂ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ। ਇਸ ਤੋਂ ਇਲਾਵਾ ਅਸੀਂ OPD ਵੀ ਕਰਦੇ ਹਾਂ, ਜਿਹਦੇ ਕਿ ਅਸੀਂ ਜਨਰਲ ਆਮ ਜਿਹੜੀ ਬਿਮਾਰੀ ਜਿੱਦਾਂ ਖਾਂਸੀ, ਜ਼ੁਕਾਮ, ਬੁਖਾਰ, ਉਹਦੀ ਮੈਡੀਸਿਨ ਫ੍ਰੀ ਆਫ ਕਾਸਟ ਡਿਸਟ੍ਰੀਬਿਊਟ ਕਰਦੇ ਹਾਂ। ਇਸ ਤੋਂ ਇਲਾਵਾ ਅਸੀਂ ਅਨੀਮੀਆ ਦੇ ਕੈਂਪ ਵੀ ਲਗਾ ਰਹੇ ਹਾਂ, ਜਿਸ ਦੇ ਕਾਰਨ ਕਿ ਅਸੀਂ ਲੇਡੀਜ਼ ਨੂੰ ਮੇਜਰ ਫੋਕਸ ਕਰ ਰਹੇ ਹਾਂ ਤਾਂ ਕਿ ਲੇਡੀਜ਼ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਪਾਈ ਜਾਂਦੀ ਹੈ ਤੇ ਅਸੀਂ ਰੈਗੂਲਰ ਅਨੀਮੀਆ ਕੈਂਪ ਲਗਾ ਰਹੇ ਹਾਂ। ਔਰ ਜਿਸ ਤਰ੍ਹਾਂ ਹੁਣ ਆਪਣਾ ਅੱਜ ਕੈਂਸਰ ਸਕਰੀਨਿੰਗ ਕੈਂਪ ਹੈਗਾ, ਇਹਦੇ ਵਿੱਚ ਸਾਡੀ ਟੀਮ ਆਫ ਡਾਕਟਰਸ ਆਏ ਹੋਏ ਹੈ, ਜਿਹਦੇ 'ਚ ਕਿ ਅਸੀਂ ਪੈਪਸਮੀਅਰ ਟੈਸਟ, ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਔਰ ਓਰਲ ਕੈਂਸਰ, ਮੂੰਹ ਦੇ ਆਪਣੇ ਜੇ ਛਾਲੇ ਵਗੈਰਾ ਹੈਗੇ ਤਾਂ ਉਹਦੀ ਕਿਸ ਤਰ੍ਹਾਂ ਆਪਾਂ ਡਾਕਟਰਸ ਨੂੰ ਦੱਸਣਾ ਹੈਗਾ, ਤੇ ਇਹ ਸਾਰੀ ਆਪਾਂ ਜਾਣਕਾਰੀ ਦੇ ਰਹੇ ਹੈਗੇ ਆ ਜੀ। ਜਿਹੜੇ ਮੂੰਹ ਦੇ ਛਾਲੇ ਆ ਕਿ ਉਹ ਵੀ ਕੋਈ ਵੱਡੀ ਬਿਮਾਰੀ ਦਾ ਸੰਕੇਤ ਹੋ ਸਕਦੇ ਨੇ? ਜਿਹੜੇ ਮੂੰਹ ਦੇ ਛਾਲੇ, ਇਹ ਜ਼ਰੂਰੀ ਨਹੀਂ ਹੈ ਕਿ ਉਹ ਕੈਂਸਰ ਹੀ ਹੋਏਗਾ, ਲੇਕਿਨ ਮੂੰਹ ਦੇ ਛਾਲੇ ਆਪਣੇ ਸਰੀਰ 'ਚ ਗਰਮੀ ਹੋਣ ਕਰਕੇ ਵੀ ਹੋ ਜਾਂਦੇ ਆ, ਪਰੰਤੂ ਆਪਾਂ ਨੂੰ ਟੂ ਬੀ ਸੇਫਰ ਸਾਈਡ ਆਪਾਂ ਨੂੰ ਜਿਹੜੇ ਸਾਡੇ ਮੂੰਹ 'ਚ ਛਾਲੇ ਹੁੰਦੇ ਆ, ਛਾਲੇ ਹੋਏ ਆ, ਠੀਕ ਹੋ ਗਏ, ਉਸ ਤੋਂ ਬਾਅਦ ਦੁਬਾਰਾ ਛਾਲੇ ਹੋਣ, ਬਾਰ-ਬਾਰ ਛਾਲੇ ਹੋਣ, ਤੇ ਸਾਨੂੰ ਕਿਸੇ ਅੱਛੇ ਡਾਕਟਰ ਨੂੰ ਕੰਸਲਟ ਕਰਕੇ ਆਪਣੇ ਟੈਸਟ ਕਰਵਾਉਣੇ ਚਾਹੀਦੇ ਆ ਤਾਂ ਕਿ ਇਹ ਇੱਕ ਵੈਰੀ ਜਿਹੜਾ ਸਿੰਪਟਮ ਹੈਗਾ, ਸਾਈਨ ਐਂਡ ਸਿੰਪਟਮ, ਜਿਹੜਾ ਵੈਰੀ ਬਿਗਨਿੰਗ ਸਿੰਪਟਮ ਹੈਗਾ ਕੈਂਸਰ ਦਾ। ਤੇ ਮੈਂ ਫੇਰ ਰਿਪੀਟ ਕਰਦਾ, ਬਟ ਜ਼ਰੂਰੀ ਨਹੀਂ ਹੈ ਕਿ ਅਗਰ ਕਿਸੇ ਦੇ ਮੂੰਹ 'ਚ ਛਾਲੇ ਹੋਏ ਆ ਤਾਂ ਉਹ ਘਬਰਾਵੇ ਨਾ ਕਿ ਮੈਨੂੰ ਕੈਂਸਰ ਹੀ ਹੋ ਗਿਆ, ਇਹੋ ਜਿਹਾ ਕੁਝ ਨਹੀਂ ਹੈਗਾ ਜੀ। ਤੇ ਜਿਨ੍ਹਾਂ ਨੂੰ ਸਰ ਕਦੇ ਪੋਜ਼ਿਟਿਵ ਰਿਪੋਰਟ ਵੀ ਲੱਗਦਾ ਹੈ ਕਿ ਇਹਨਾਂ ਨੂੰ ਕੈਂਸਰ ਹੋ ਸਕਦਾ, ਉਹਨਾਂ ਦੇ ਲਈ ਫਿਰ ਅੱਗੇ ਫਰਦਰ ਕੀ ਪਲਾਨਿੰਗ ਕੀਤੀ ਜਾਂਦੀ ਹੈ? ਜਿਹੜੇ ਸਰ ਸਾਨੂੰ ਲੱਗਦਾ ਹੈਗਾ ਕਿ ਡਾਊਟ ਹੁੰਦਾ ਕਿ ਕੈਂਸਰ, ਇਹਨੂੰ ਕੈਂਸਰ ਦੇ ਸਿੰਪਟਮ ਹੈਗੇ ਆ, ਤੇ ਮੇਰੇ ਪ੍ਰੋਜੈਕਟ ਮੈਨੇਜਰ ਹੈਗੇ ਪ੍ਰਮੋਦ, ਅਸੀਂ ਉਹਨਾਂ ਨੂੰ ਰੈਫਰ ਕਰਦੇ ਹਾਂ PGI ਦੇ ਵਿੱਚ, ਤੇ PGI ਦੇ ਵਿੱਚ ਫਰਦਰ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਔਰ ਅਗਰ ਲੱਗਦਾ ਕਿ ਇਹਨੂੰ ਕੈਂਸਰ ਡਿਟੈਕਟ ਹੋ ਗਿਆ ਹੈ ਤੇ ਉਹਨੂੰ ਪੰਜਾਬ ਗਵਰਨਮੈਂਟ ਦੀ ਸਕੀਮ ਨਾਲ ਲਿੰਕ ਕਰਕੇ ਉਹਦਾ ਟ੍ਰੀਟਮੈਂਟ ਉਹਦਾ ਕੰਪਲੀਟ ਕਰਵਾਉਂਦੇ ਹਾਂ ਜੀ। ਲੋਕੀ ਸਰ ਡਰਦੇ ਨਹੀਂ ਹੈਗੇ ਇੱਥੇ ਟੈਸਟ ਕਰਵਾਉਣ ਦੇ ਵਿੱਚ, ਕਿਉਂਕਿ ਕਾਫੀ ਜੋ ਡਰ ਆ ਲੋਕਾਂ 'ਚ ਕੈਂਸਰ ਦੇ ਨਾਮ ਤੇ ਡਰ ਲੱਗਦਾ ਲੋਕਾਂ ਨੂੰ। ਸਰ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਲੇਕਿਨ ਜਿਹੜੀ ਅਸੀਂ ਕੈਂਪ ਤੋਂ ਪਹਿਲੇ ਇੱਕ ਦਿਨ ਪਹਿਲੇ ਆ ਕੇ ਅਵੇਅਰਨੈਸ ਕਰਦੇ ਹੈਗੇ, ਉਹਦੇ 'ਚ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਵੀ ਤੁਹਾਨੂੰ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈਗੀ। ਅਗਰ ਇਸ ਬਿਮਾਰੀ ਦਾ ਸਹੀ ਟਾਈਮ ਤੇ ਪਤਾ ਲੱਗ ਜੇ ਤਾਂ ਇਹਦਾ ਇਲਾਜ ਹੋ ਸਕਦਾ ਹੈਗਾ। ਇਸ ਕਰਕੇ ਲੋਕੀ ਡਰਦੇ ਤਾਂ ਹੈ, ਬਟ ਅਸੀਂ ਇੱਕ ਦਿਨ ਪਹਿਲੇ ਆ ਕੇ ਅਵੇਅਰਨੈਸ ਕਰੀ ਦੀ ਹੈਗੀ ਪਿੰਡ ਦੇ ਵਿੱਚ। ਸਰਪੰਚ ਸਾਹਿਬ ਨੂੰ ਦੱਸੀਦਾ, ਹੁਣ ਜਿਸ ਤਰ੍ਹਾਂ ਇਸ ਪਿੰਡ 'ਚ ਸਰਪੰਚ ਜਗਦੀਸ਼ ਜੀ ਹੈਗੇ ਆ, ਉਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ, ਆ ਜਗ੍ਹਾ ਦਿੱਤੀ ਹੈ, ਅਨਾਊਂਸਮੈਂਟਸ ਵੀ ਕਰਾਈ ਹੈ, ਤੇ ਅਸੀਂ ਇਹਦੇ ਬਾਰੇ ਪਹਿਲੇ ਉਹਨਾਂ ਨੂੰ ਅਵੇਅਰ ਕਰਦੇ ਹਾਂ ਕਿ ਇੱਦਾਂ ਦੀ ਕੋਈ ਡਰਨ ਦੀ ਲੋੜ ਨਹੀਂ, ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਤੇ ਇਸ ਕਰਕੇ ਹੁਣ ਲੋਕੀ ਫਿਰ ਪਾਰਟਿਸਿਪੇਟ ਕਰ ਰਹੇ ਹੈਗੇ ਜੀ। ਪਿੰਡਾਂ 'ਚ ਕੀਤਾ ਜਾ ਰਿਹਾ ਜਾਂ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲੱਗਦੇ ਨੇ? ਸਰ ਇਹ ਹੁਣ ਜਿਹੜਾ ਇਹ ਸਵਰਾਜ ਮਹਿੰਦਰਾ ਰਾਈਜ਼ ਨੇ ਜਿਹੜਾ ਸਾਨੂੰ ਪ੍ਰੋਜੈਕਟ ਦਿੱਤਾ ਹੋਇਆ, ਇਹ ਅਸੀਂ 80 ਵਿਲੇजेस ਲਗਾ ਰਹੇ ਹਾਂ। ਅਪਾਰਟ ਫਰੋਮ ਦਿਸ ਇੱਦਾਂ ਦੇ ਕੈਂਪ ਅਸੀਂ ਸ਼ਹਿਰਾਂ 'ਚ ਵੀ ਲਗਾਉਂਦੇ ਹੈਗੇ ਆ। ਸਾਡੀ ਆਰਗੇਨਾਈਜੇਸ਼ਨ ਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਹੈਗੀ ਹੈ, ਵੀ ਹੈਵ 22 ਰੀਜਨਲ ਆਫਿਸਿਸ ਥਰੂ ਆਊਟ ਦੀ ਕੰਟਰੀ। ਇਸ ਤੋਂ ਇਲਾਵਾ ਇੱਕ ਮੈਂ ਚੀਜ਼ ਹੋਰ ਐਡ ਕਰਨੀ ਚਾਹੂੰਗਾ ਇਹਦੇ ਵਿੱਚ, ਸਾਡੀ ਹੋਮ ਕੇਅਰ ਸਰਵਿਸਿਜ਼ ਵੀ ਅਸੀਂ ਦਿੰਦੇ ਹਾਂ, ਜਿਹਨੂੰ ਕਿ ਮੈਡੀਕਲ ਟਰਮ 'ਚ ਪੈਲੀਏਟਿਵ ਕੇਅਰ ਕਹਿੰਦੇ ਆ। ਉਹਦੇ 'ਚ ਕੀ ਹੈ ਕਿ ਜਦੋਂ ਡਾਕਟਰਸ ਪੇਸ਼ੈਂਟ ਨੂੰ ਮਨਾ ਕਰ ਦਿੰਦੇ ਕਿ ਹੁਣ ਇਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਹੋ ਸਕਦਾ, ਇਹਨਾਂ ਨੂੰ ਘਰ ਲਿਜਾਓ, ਇਹਨਾਂ ਦੀ ਸੇਵਾ ਕਰੋ, ਤੇ ਉਹਨਾਂ ਦੇ ਪੇਸ਼ੈਂਟਸ ਦੇ ਘਰ ਜਾ ਕੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਜੋ ਵੀ ਉਹਨਾਂ ਦੀ, ਅਸੀਂ ਵੀ ਕਾਂਟ ਸੇਵ देयर ਲਾਈਫ, ਬਟ ਉਹਨਾਂ ਦੀ ਜਿਹੜੀ ਪੇਨ ਮੈਨੇਜਮੈਂਟ ਜਿਹੜੀ ਹੈਗੀ ਉਹ ਅਸੀਂ ਉਹਨਾਂ ਦੇ ਘਰ ਜਾ ਕੇ ਫ੍ਰੀ ਆਫ ਕਾਸਟ ਉਹਨਾਂ ਦੇ ਡੋਰ ਸਟੈਪ ਤੇ ਦੇ ਰਹੇ ਹਾਂ ਜੀ। ਸਰ ਜਿਹੜੇ ਟੈਸਟ ਕਰਦੇ ਹੋ ਕਿੰਨੀ ਕਾਸਟ ਬੀਅਰ ਕਰਦੇ ਨੇ ਤੇ ਇਹਦਾ ਪੂਰਾ ਖਰਚਾ ਕੌਣ ਚੱਕ ਰਿਹਾ ਜੀ? ਸਰ ਜਿਹੜੇ ਇਹ ਜਿਹੜਾ ਹੁਣ ਪੈਪਸਮੀਅਰ ਟੈਸਟ ਹੈਗਾ, ਇਹਦਾ ਅਸੀਂ ਇੱਥੇ ਬਿਲਕੁਲ ਅਸੀਂ ਹਰ ਤਰ੍ਹਾਂ ਦੇ ਟੈਸਟ ਫ੍ਰੀ ਆਫ ਕਾਸਟ ਕਰ ਰਹੇ ਹਾਂ, ਬਟ ਮਾਰਕੀਟ ਦੇ ਵਿੱਚ ਪੈਪਸਮੀਅਰ ਟੈਸਟ ਜਿਹੜਾ ਹੈਗਾ ਕੋਈ 2 ਤੋਂ 2.5 ਹਜ਼ਾਰ ਰੁਪਏ, ਅਲੱਗ-ਅਲੱਗ ਲੈਬਸ ਦੇ ਅਲੱਗ-ਅਲੱਗ ਰੇਟ ਹੈਗੇ, ਤਾਂ
ਬਟ ਜਿਹੜਾ ਹੁਣ ਜਿੰਨਾ ਵੀ ਇਹਦਾ ਖਰਚਾ ਹੈਗਾ ਇਹ ਸਵਰਾਜ ਮਹਿੰਦਰਾ ਰਾਈਜ਼ ਸਪਾਂਸਰ ਕਰ ਰਿਹਾ ਹੈਗਾ ਜੀ। ਇਹ ਤਾਂ ਲੋਕਾਂ ਨੂੰ ਅਪੀਲ ਕੀ ਕਰਦੇ ਹੋ ਜੀ, ਜਿਹੜੇ ਲੋਕੀ ਡਰਦੇ ਨੇ ਅਜੇ ਵੀ ਟੈਸਟ ਕਰਵਾਉਣ ਤੋਂ? ਅਸੀਂ ਲੋਕਾਂ ਨੂੰ ਇਹੀ ਅਪੀਲ ਕਰਦੇ ਹੈਗੇ ਆ ਜੀ ਕਿ ਤੁਸੀਂ ਡਰੋ ਨਾ ਤੇ ਤੁਸੀਂ ਵੱਧ ਤੋਂ ਵੱਧ ਆਪਣਾ ਇੱਕ ਹੈਲਥ ਜਰਨਲ ਤੁਸੀਂ ਮਨ 'ਚ ਇਹ ਲੈ ਕੇ ਨਾ ਆਓ ਕਿ ਮੈਂ ਕੈਂਸਰ ਦੀ ਜਾਂਚ ਕਰਾਉਣ ਜਾ ਰਿਹਾ, ਇੱਕ ਮੈਂ ਆਮ ਆਪਣੇ ਬੋਡੀ ਚੈੱਕਅਪ ਕਰਾਉਣ ਜਾ ਰਿਹਾ ਹੈਗਾ। ਔਰ ਜਿਸ ਤਰ੍ਹਾਂ ਮੈਂ ਪਹਿਲੇ ਹੀ ਦੱਸਿਆ ਕਿ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਹਾਂ ਕਿ ਅਗਰ ਕੈਂਸਰ ਦਾ ਅਗਰ ਪਹਿਲੀ ਸਟੇਜ ਪਤਾ ਲੱਗ ਜਾਏ ਤਾਂ ਉਹ ਇਲਾਜ ਉਹਦਾ ਮੁਮਕਿਨ ਹੈਗਾ, ਪਰ ਜੇ ਤੁਸੀਂ ਲੇਟ ਹੋ ਜਾਓਗੇ ਤਾਂ ਫਿਰ ਉਨਾ ਹੀ ਡਿਫਿਕਲਟ ਔਰ ਉਨਾ ਮੁਸ਼ਕਿਲ ਹੋ ਜਾਏਗਾ ਜੀ।